ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਕਰਕੇ ਜਿਨ੍ਹਾਂ ਦੇ ਹਾਈਵੇ 7 ਦੇ ਉੱਤੇ ਵਾਹਨ ਰਹਿ ਗਏ ਸੀ ਉਹਨਾਂ ਦੇ ਲਈ ਜਾਣਕਾਰੀ। ਟੋਰਾਂਟੋ ਵਿੱਚ ਪਿਛਲੇ ਮਹੀਨੇ 5 ਵਾਹਨਾਂ ਦੀ ਟੱਕਰ ਦੌਰਾਨ 2 ਮੌਤਾਂ ਹੋਈਆਂ ਸੀ। ਪੁਲਿਸ ਨੇ ਇੱਕ ਗ੍ਰਿਫਤਾਰੀ ਕਰਕੇ ਮਾਮਲੇ ਦਰਜ ਕੀਤੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਹੈਲੀਫੈਕਸ ਵਿੱਚ ਇਮੀਗ੍ਰੇਸ਼ਨ ਦਫ਼ਤਰ ਪਹੁੰਚੇ, ਫਾਈਲਾਂ ਦੀ ਪ੍ਰਕਿਰਿਆ ਦੇ ਬਾਰੇ ਬਿਆਨ। ਸਰੀ ਤੋਂ ਵਾਹਨ ਚੋਰੀ ਕਰਨ ਵਾਲਿਆਂ ਦੇ ਸਕੈਚ ਜਾਰੀ ਕਰਕੇ ਪੁਲਿਸ ਨੇ ਮੰਗਿਆ ਸਹਿਯੋਗ। ਕੈਨੇਡਾ ਦੇ ਬਾਰਡਰ ਸਰਵਿਸ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਹਥਿਆਰ ਜ਼ਬਤ ਕੀਤੇ ਇੱਕ ਔਰਤ ਦੇ ਕੋਲੋਂ। ਇਮੀਗ੍ਰੇਸ਼ਨ ਵਿਭਾਗ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਜੋ ਆਰਜ਼ੀ ਤੌਰ ਤੇ ਪਾਲਿਸੀ ਲਾਗੂ ਕੀਤੀ ਸੀ ਉਹ ਛੇਤੀ ਹੀ ਹੋ ਰਹੀ ਹੈ ਖਤਮ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ, ਜੋ ਹਾਈਵੇ 7 ਦੇ ਉੱਤੇ ਕਈ ਵਾਹਨ ਫਸੇ ਹੋਏ ਸੀ ਕਿ ਲੋਕ ਤਾਂ ਉਹਨਾਂ ਦੇ ਵਿੱਚੋਂ ਬਾਹਰ ਆ ਗਏ ਸਨ, ਪਰ ਉਹ ਵਾਹਨ ਉੱਥੇ ਛੱਡ ਆਏ ਸੀ। ਉਹਨਾਂ ਵਾਹਨਾਂ ਨੂੰ ਹੁਣ ਵਾਪਸ ਲਿਆ ਜਾ ਸਕਦਾ ਹੈ, ਜਿਸ ਦੇ ਬਾਰੇ ਅਧਿਕਾਰੀਆਂ ਨੇ ਦੱਸਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕਦਮ ਜਦੋਂ ਹਾਈਵੇ ਬੰਦ ਹੋਏ ਤਾਂ ਕਈ ਥਾਵਾਂ ਦੇ ਉੱਤੇ ਵਾਹਨਾਂ ਦੇ ਵਿੱਚ ਹਾਈਵੇ ਦੇ ਉੱਤੇ ਵਿਅਕਤੀ ਮੌਜੂਦ ਸਨ, ਜਿਨ੍ਹਾਂ ਨੂੰ ਹੈਲੀਕਾਪਟਰ ਦੇ ਰਾਹੀਂ ਕੱਢ ਲਿਆ ਗਿਆ, ਪਰ ਉਹ ਆਪਣੇ ਵਾਹਨ ਉੱਥੇ ਹੀ ਛੱਡ ਆਏ ਸਨ। ਤੇ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਨ੍ਹਾਂ ਨੇ ਹਾਈਵੇ 7 ਦੇ ਉੱਤੇ ਅਗਾਸਿਸ ਦੇ ਕੋਲ ਆਪਣੇ ਵਾਹਨ ਛੱਡੇ ਸਨ ਤੇ ਉਹ ਹੈਲੀਕਾਪਟਰ ਦੇ ਰਾਹੀਂ ਉੱਥੇ ਤੋਂ ਚਲੇ ਗਏ ਸੀ, ਹੁਣ ਉਹ ਦੁਬਾਰਾ ਤੋਂ ਆਪਣੀਆਂ ਗੱਡੀਆਂ ਲੈ ਸਕਦੇ ਨੇ। ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵਾਹਨ ਟੋ ਕਰਕੇ ਅਗਾਸਿਸ ਕਮਿਊਨਿਟੀ ਸੈਂਟਰ ਦੇ ਉੱਤੇ ਲਿਆਂਦੇ ਗਏ ਨੇ, 666 ਪਾਇਨੀਅਰ ਐਵੇਨਿਊ ਦੇ ਉੱਤੇ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਸੈਂਕੜੇ ਡਰਾਈਵਰ, ਜਿਨ੍ਹਾਂ ਦੇ ਵਿੱਚ ਕਲੋਨਾ ਦੇ ਕਈ ਵਸਨੀਕ ਵੀ ਮੌਜੂਦ ਸਨ, ਦਰਅਸਲ ਉਹ ਰਾਤ ਨੂੰ ਲੈਂਡਸਲਾਈਡ ਦੇ ਕਰਕੇ ਹਾਈਵੇ ਦੇ ਉੱਤੇ ਫਸ ਗਏ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵਾਹਨ ਉੱਥੇ ਹੀ ਰਹਿ ਗਏ ਸਨ, ਜਿਨ੍ਹਾਂ ਦੇ ਬਾਰੇ ਕਿਹਾ ਗਿਆ ਹੈ ਕਿ ਆਪਣੇ ਵਾਹਨ ਹੁਣ ਵਾਪਸ ਲਏ ਜਾ ਸਕਦੇ ਨੇ। ਸ਼ੁੱਕਰਵਾਰ ਸ਼ਾਮ ਨੂੰ 8 ਵਜੇ ਤੱਕ ਆਪਣੇ ਵਾਹਨ ਲਏ ਜਾ ਸਕਦੇ ਨੇ, ਜੋ ਕਿ ਰਿਲਾਇਬਲ ਟੋਇੰਗ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 1888 463 8621 ਦੇ ਉੱਤੇ, ਜਿੱਥੇ ਕਿ ਵਾਹਨਾਂ ਦੇ ਮਾਲਕਾਂ ਨੂੰ ਆਪਣੀ ਆਈਡੀ ਵੀ ਦਿਖਾਉਣੀ ਪਵੇਗੀ, ਜਿਸ ਤੋਂ ਬਾਅਦ ਉਹ ਆਪਣੇ ਵਾਹਨ ਲੈ ਸਕਣਗੇ। ਹਾਈਵੇ 7 ਜ਼ਰੂਰੀ ਟ੍ਰੈਫਿਕ ਦੇ ਵਾਸਤੇ ਹੋਪ ਤੇ ਅਗਾਸਿਸ ਦੇ ਦਰਮਿਆਨ ਖੋਲਿਆ ਗਿਆ ਹੈ। ਅੱਗੇ ਜਾਣਕਾਰੀ ਕਿ ਟੋਰਾਂਟੋ ਕੋਲ ਪਿਛਲੇ ਮਹੀਨੇ ਜੋ ਇੱਕ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ 2 ਜਾਨਾਂ ਚਲੀਆਂ ਗਈਆਂ, ਉਸ ਮਾਮਲੇ ਦੇ ਬਾਰੇ ਪੁਲਿਸ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਟੋਰਾਂਟੋ ਵਿੱਚ ਪਿਛਲੇ ਮਹੀਨੇ ਇੱਕ ਜਾਨਲੇਵਾ ਹਾਦਸਾ ਵਾਪਰਿਆ ਸੀ। ਉਸ ਦੇ ਵਿੱਚ ਇੱਕ 38 ਸਾਲ ਦੇ ਬਰਲਿੰਗਟਨ ਦੇ ਰਹਿਣ ਵਾਲੇ ਵਿਅਕਤੀ ਦੇ ਉੱਤੇ ਕਈ ਮਾਮਲੇ ਪੁਲਿਸ ਨੇ ਦਰਜ ਕੀਤੇ ਨੇ। ਇਸ ਹਾਦਸੇ ਵਿੱਚ 2 ਮੌਤਾਂ ਵੀ ਹੋ ਗਈਆਂ ਸਨ। ਟੋਰਾਂਟੋ ਦੇ ਹਾਈ ਪਾਰਕ ਦੇ ਕੋਲੇ ਹਾਦਸਾ ਵਾਪਰਿਆ ਸੀ। ਅਕਤੂਬਰ 12 ਨੂੰ ਸ਼ਾਮ ਦੇ 5 ਵਜੇ ਦੇ ਕਰੀਬ ਦਾ ਸਮਾਂ ਸੀ, ਜਦੋਂ BMW ਸੈਡਾਨ ਗੱਡੀ ਜੋ ਕਿ ਪਾਰਕਸਾਈਡ ਡਰਾਈਵ ਦੇ ਉੱਤੇ ਜਾ ਰਹੀ ਸੀ, ਕਾਫੀ ਜ਼ਿਆਦਾ ਰਫ਼ਤਾਰ ਦੇ ਨਾਲ ਉਹ ਇੱਕ ਵਾਹਨ ਦੇ ਨਾਲ ਟਕਰਾਈ, ਜਿਸ ਤੋਂ ਬਾਅਦ ਅੱਗੇ ਤੋਂ ਅੱਗੇ ਕਈ ਵਾਹਨਾਂ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ 5 ਗੱਡੀਆਂ ਦੀ ਇੱਕ ਦੂਜੇ ਨਾਲ ਟੱਕਰ ਹੋਈ, ਜਿਸ ਤੋਂ ਬਾਅਦ ਫਾਤਿਮਾ ਤੇ ਵਾਲਦੇਮਾਰ ਆਵੇਲਾ, ਜੋ ਕਿ ਇੱਕ ਗੱਡੀ ਵਿੱਚ ਵਿਅਕਤੀ ਮੌਜੂਦ ਸਨ, ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਦੇ ਵਿੱਚੋਂ ਵਾਲਦੇਮਾਰ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ ਤੇ ਫਾਤਿਮਾ ਨੇ ਹਸਪਤਾਲ ਦੇ ਵਿੱਚ ਪਹੁੰਚ ਕੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ BMW ਦਾ ਡਰਾਈਵਰ ਤੇ ਨਾਲ ਹੀ ਹੋਰ 2 ਵਿਅਕਤੀ ਜ਼ਖਮੀ ਹੋਏ ਸਨ। ਸ਼ੁੱਕਰਵਾਰ ਨੂੰ ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਆਰਟਰ ਕੋਟੁਲਾ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੀ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਓਲਡ ਸਿਟੀ ਹਾਲ ਅਦਾਲਤ 'ਚ ਪੇਸ਼ੀ ਵੀ ਹੋਈ। ਤੇ ਜਾਂਚ ਟੀਮ ਦਾ ਕਹਿਣਾ ਹੈ ਕਿ ਡੈਸ਼ਕੈਮ ਫੁਟੇਜ ਜਾਂ ਫਿਰ ਕੋਈ ਹੋਰ ਵੀਡੀਓ ਕਿਸੇ ਦੇ ਕੋਲ ਇਸ ਹਾਦਸੇ ਦੀ ਹੋਵੇ ਤਾਂ ਉਹਨਾਂ ਦੇ ਨਾਲ ਸਾਂਝੀ ਵੀ ਕੀਤੀ ਜਾ ਸਕਦੀ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿਨ੍ਹਾਂ ਨੇ ਦੱਸਿਆ ਕਿ ਉਹ ਅੱਜ ਸਵੇਰੇ ਹੈਲੀਫੈਕਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ ਦਫ਼ਤਰ 'ਚ ਪਹੁੰਚੇ, ਜਿੱਥੇ ਕਿ ਟੀਮ ਦੇ ਵੱਲੋਂ ਹਰ ਰੋਜ਼ ਬਿਨਾਂ ਥੱਕੇ ਕੰਮ ਕੀਤਾ ਜਾਂਦਾ ਹੈ। ਇਹ ਦਾਅਵਾ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ, ਜਿਨ੍ਹਾਂ ਦੇ ਵੱਲੋਂ ਜੋ ਫਾਈਲਾਂ PR, ਵਰਕ ਪਰਮਿਟ ਜਾਂ ਫਿਰ ਕੈਨੇਡਾ ਦੇ ਵੀਜ਼ਾ ਦੇ ਵਾਸਤੇ ਲਗਾਈਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਇਹ ਟੀਮ ਇਹ ਕੋਸ਼ਿਸ਼ ਕਰਦੀ ਹੈ ਕਿ ਕੈਨੇਡਾ ਦੇ ਵਿੱਚ ਵਧੀਆ ਟੈਲੈਂਟ ਨੂੰ ਦੁਨੀਆ ਭਰ ਤੋਂ ਲਿਆਂਦਾ ਜਾ ਸਕੇ, ਜਿਸ ਦੇ ਉੱਤੇ ਇਹ ਕੰਮ ਕਰਦੇ ਨੇ। ਇਸ ਦੌਰਾਨ ਜਿੱਥੇ ਇੱਕ ਪਾਸੇ ਇਮੀਗ੍ਰੇਸ਼ਨ ਮੰਤਰੀ ਨੇ ਕੰਮ ਦਾ ਜਾਇਜ਼ਾ ਲਿਆ ਤੇ ਨਾਲ ਹੀ ਟੀਮ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਦੋਂ ਉਹ ਟੀਮ ਦੇ ਨਾਲ ਬੈਠਕ ਕਰ ਰਹੇ ਸਨ, ਤੇ ਜਿਹੜੇ ਟੀਮ ਮੈਂਬਰ ਉਸ ਸਮੇਂ ਦਫ਼ਤਰ ਵਿੱਚ ਮੌਜੂਦ ਨਹੀਂ ਸਨ, ਵਰਚੁਅਲੀ ਉਹਨਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਕੰਪਿਊਟਰ ਦੇ ਉੱਤੇ, ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ਦੇ ਵੱਲੋਂ ਘਰ ਬੈਠ ਕੇ ਹੀ ਕੰਮ ਕੀਤਾ ਜਾਂਦਾ ਜਾਂ ਫਿਰ। ਅੱਗੇ ਜਾਣਕਾਰੀ ਤੁਹਾਨੂੰ ਦੱਸਾਂਗੇ, ਜੋ ਸਰੀ RCMP ਨੇ 2 ਵਿਅਕਤੀਆਂ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਉਸ ਦੇ ਬਾਰੇ।
ਸਰੀ ਵਿੱਚ ਇੱਕ ਬੱਚੇ ਸਮੇਤ ਗੱਡੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੁਝ ਦੇਰ ਬਾਅਦ ਉਹ ਗੱਡੀ ਤੇ ਬੱਚਾ ਮਿਲ ਵੀ ਗਏ ਸਨ, ਪਰ ਉਸ ਮਾਮਲੇ ਦੀ ਜਾਂਚ ਕਰਦੇ ਹੋਏ ਸਰੀ RCMP ਨੇ 2 ਸਕੈਚ ਜਾਰੀ ਕੀਤੇ ਨੇ, ਜਿਨ੍ਹਾਂ ਨੂੰ ਜਾਰੀ ਕਰਦੇ ਹੋਏ ਸ਼ੱਕੀਆਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਵੰਬਰ 9 ਦੀ ਸਵੇਰ ਨੂੰ ਇੱਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਇੱਕ ਵਾਹਨ ਨੂੰ ਚੋਰੀ ਸ਼ੱਕੀ ਵਿਅਕਤੀਆਂ ਦੇ ਵੱਲੋਂ ਕੀਤਾ ਗਿਆ, ਜਿਸ ਦੇ ਵਿੱਚ ਬੱਚਾ ਵੀ ਮੌਜੂਦ ਸੀ। ਪਰ ਕੁਝ ਦੇਰ ਬਾਅਦ ਉਹ ਗੱਡੀ ਵੀ ਮਿਲ ਗਈ ਸੀ ਤੇ ਬੱਚਾ ਵੀ ਸੁਰੱਖਿਅਤ ਗੱਡੀ ਦੇ ਵਿੱਚ ਮਿਲ ਗਿਆ ਸੀ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ 10 ਦਿਨ ਬਾਅਦ ਇੱਕ ਘਟਨਾ ਵਾਪਰੀ। ਪੁਲਿਸ ਦਾ ਮੰਨਣਾ ਹੈ ਕਿ ਉਸ ਦੇ ਨਾਲ ਵੀ ਇਹਨਾਂ ਵਿਅਕਤੀਆਂ ਦਾ ਸਬੰਧ ਹੋ ਸਕਦਾ ਹੈ, ਜਿਨ੍ਹਾਂ ਦੇ ਸਕੈਚ ਪੁਲਿਸ ਨੇ ਜਾਰੀ ਕੀਤੇ ਨੇ। ਸਰੀ RCMP ਦਾ ਕਹਿਣਾ ਹੈ ਕਿ 2 ਵਿਅਕਤੀ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਇੱਕ ਵਿਅਕਤੀ ਦੇ ਵੱਲੋਂ ਇਸ ਮੌਕੇ ਵਾਹਨ ਨੂੰ ਚੋਰੀ ਕੀਤਾ ਜਾਂਦਾ ਹੈ ਤਾਂ ਦੂਜੇ ਦੇ ਵੱਲੋਂ ਵਾਹਨ ਨੂੰ ਚਲਾਇਆ ਜਾਂਦਾ ਹੈ, ਜਿਸ ਦੇ ਵਿੱਚ ਉਹ ਆਉਂਦੇ ਨੇ। ਜਦੋਂ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਦੱਸਿਆ ਗਿਆ ਕਿ ਜੋ ਪਹਿਲਾ ਸ਼ੱਕੀ ਵਿਅਕਤੀ ਹੈ ਉਹ ਗੋਰਾ ਵਿਅਕਤੀ ਹੈ, ਜਿਸ ਦੇ ਛੋਟੇ ਵਾਲ ਨੇ ਤੇ ਉਸ ਦੀ ਉਮਰ 30 ਸਾਲ ਦੇ ਕਰੀਬ ਹੋ ਸਕਦੀ ਹੈ, ਤੇ ਜੋ ਦੂਜਾ ਵਿਅਕਤੀ ਹੈ ਉਹ ਵੀ ਗੋਰਾ ਵਿਅਕਤੀ ਹੈ ਤੇ ਉਸ ਦੀ ਉਮਰ 30 ਤੋਂ 40 ਸਾਲ ਦੇ ਦਰਮਿਆਨ ਹੋ ਸਕਦੀ ਹੈ, ਜਿਸ ਦਾ ਇੱਕ ਦੰਦ ਵੀ ਨਹੀਂ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਹੁਣ ਜਾਣਕਾਰੀ ਕਿ ਕੈਨੇਡਾ ਬਾਰਡਰ ਸਰਵਿਸ ਅਧਿਕਾਰੀਆਂ ਨੇ ਇੱਕ ਔਰਤ ਦੇ ਕੋਲੋਂ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਦੱਖਣੀ ਓਨਟਾਰੀਓ ਖੇਤਰ ਦੇ ਵਿੱਚ ਹੁਣ ਤੱਕ ਦੇ ਇਤਿਹਾਸ 'ਚ ਇਹ ਸਭ ਤੋਂ ਵੱਡੀ ਖੇਪ ਹਥਿਆਰਾਂ ਦੀ ਬਰਾਮਦ ਕੀਤੀ ਗਈ ਹੈ, ਜੋ ਕਿ ਫਲੋਰੀਡਾ ਦੀ ਰਹਿਣ ਵਾਲੀ ਇੱਕ ਔਰਤ ਤੋਂ ਬਰਾਮਦ ਕੀਤੀ ਗਈ, ਜਿਸ ਦੇ ਵਿੱਚ 56 ਅਜਿਹੇ ਹਥਿਆਰ ਮੌਜੂਦ ਸਨ ਜਿਨ੍ਹਾਂ ਦੇ ਉੱਤੇ ਬੈਨ ਲੱਗਿਆ ਹੋਇਆ ਹੈ। ਨਵੰਬਰ 1 ਦਾ ਦਿਨ ਸੀ ਜਦੋਂ ਇੱਕ ਵਾਹਨ ਦੀ ਜਾਂਚ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਦੇ ਉੱਤੇ ਪੁਆਇੰਟ ਐਡਵਰਡ ਦੇ ਵਿੱਚ ਓਨਟਾਰੀਓ 'ਚ, ਜਦੋਂ CBS ਦੇ ਅਧਿਕਾਰੀਆਂ ਨੇ ਪਾਇਆ ਕਿ 56 ਅਜਿਹੇ ਹਥਿਆਰ ਉਸ ਔਰਤ ਦੇ ਕੋਲ ਮੌਜੂਦ ਸਨ ਜੋ ਕਿ ਬੈਨ ਨੇ, ਤੇ ਨਾਲ ਹੀ 13 ਹੋਰ ਮੈਗਜ਼ੀਨ ਵੀ ਮੌਜੂਦ ਸੀ ਤੇ ਹੋਰ ਵੀ ਕਾਫੀ ਜ਼ਿਆਦਾ ਸਮਾਨ ਮੌਜੂਦ ਸੀ, ਜਿਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਵੀ ਦਿੱਤੀ ਹੈ ਤੇ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 48 ਸਾਲਾ ਔਰਤ ਓਕਲੈਂਡ ਪਾਰਕ ਦੀ ਰਹਿਣ ਵਾਲੀ ਫਲੋਰੀਡਾ ਤੋਂ, ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ 24 ਨਵੰਬਰ 2021 ਨੂੰ ਅਦਾਲਤ ਵਿੱਚ ਉਸ ਔਰਤ ਨੂੰ ਪੇਸ਼ ਕੀਤਾ ਜਾਵੇਗਾ। ਮਾਮਲੇ ਦੇ ਉੱਤੇ ਜਾਂਚ ਹਜੇ ਵੀ ਜਾਰੀ ਹੈ। ਉਸ ਔਰਤ ਦੇ ਉੱਤੇ ਹਥਿਆਰਾਂ ਦੀ ਤਸਕਰੀ ਸਮੇਤ ਕਈ ਮਾਮਲੇ ਦਰਜ ਕੀਤੇ ਗਏ ਨੇ। ਹੁਣ ਤੁਹਾਨੂੰ ਦੱਸਾਂਗੇ ਜੋ ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਛੋਟੇ ਬੱਚਿਆਂ ਦੇ COVID-19 ਦੇ ਟੀਕੇ ਲਗਾਉਣ ਦੇ ਵਾਸਤੇ ਹਰੀ ਝੰਡੀ ਦੇ ਦਿੱਤੀ ਗਈ ਹੈ, ਉਸ ਦੇ ਬਾਰੇ। ਕੈਨੇਡਾ ਸਰਕਾਰ ਨੇ ਛੋਟੇ ਬੱਚਿਆਂ ਦੇ COVID-19 ਦੇ ਟੀਕੇ ਲਗਾਉਣ ਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡਾ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 5 ਸਾਲ ਦੀ ਉਮਰ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਵੀ COVID-19 ਦੇ ਟੀਕੇ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਨ੍ਹਾਂ ਦੇ ਫਾਈਜ਼ਰ ਦੇ ਟੀਕੇ ਲੱਗਣਗੇ। ਇਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਲੱਖ ਡੋਜ਼ਜ਼ ਟੀਕਿਆਂ ਦੀਆਂ ਕੈਨੇਡਾ ਵਿੱਚ ਅਗਲੇ ਹਫ਼ਤੇ ਪਹੁੰਚ ਰਹੀਆਂ ਨੇ, ਜੋ ਕਿ ਬੱਚਿਆਂ ਦੇ ਲੱਗਣਗੀਆਂ। ਦਰਅਸਲ ਜੋ ਬੱਚਿਆਂ ਦੇ ਵਾਸਤੇ COVID-19 ਦੇ ਟੀਕੇ ਦੇ ਸ਼ਾਟ ਤਿਆਰ ਕੀਤੇ ਜਾ ਰਹੇ ਨੇ, ਉਹ ਕਾਫੀ ਘੱਟ ਮਾਤਰਾ ਹੋਵੇਗੀ ਉਸ ਦੇ ਨਾਲੋਂ ਜੋ ਵੱਡਿਆਂ ਦੇ ਟੀਕੇ ਲੱਗਦੇ ਨੇ। 12 ਸਾਲ ਦੀ ਉਮਰ ਤੋਂ ਲੈ ਕੇ ਤਾਂ ਪਹਿਲਾਂ ਹੀ ਕੈਨੇਡਾ ਭਰ ਵਿੱਚ ਕੈਨੇਡਾ ਵਾਸੀ ਯੋਗਤਾ ਰੱਖਦੇ ਸਨ ਕਿ ਉਹਨਾਂ ਦੇ COVID-19 ਦੇ ਟੀਕੇ ਲੱਗ ਸਕਦੇ ਨੇ, ਤੇ ਹੁਣ 5 ਸਾਲ ਦੀ ਉਮਰ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਵੀ COVID-19 ਦੇ ਟੀਕੇ ਲੱਗ ਸਕਣਗੇ। ਇਸ ਦੇ ਬਾਰੇ ਇਹ ਐਲਾਨ ਕੀਤਾ ਗਿਆ, ਜਿਸ ਦੇ ਲਈ ਮਾਪਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਦੇ ਵਾਸਤੇ COVID-19 ਦੇ ਟੀਕੇ ਲਗਵਾਉਣ ਦੇ ਲਈ ਰਜਿਸਟਰ ਕਰ ਸਕਦੇ ਨੇ। ਹੁਣ ਜਾਣਕਾਰੀ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ, ਜਿਨ੍ਹਾਂ ਦੇ ਵਾਸਤੇ ਇੱਕ ਆਰਜ਼ੀ ਤੌਰ ਦੇ ਉੱਤੇ ਪਾਲਿਸੀ ਲਿਆਂਦੀ ਗਈ, ਜੋ ਕਿ ਦਸੰਬਰ 31, 2021 ਤੱਕ ਹੀ ਲਾਗੂ ਹੈ, ਜਿਸ ਕਰਕੇ ਇਸ ਬਾਰੇ ਅੱਗੇ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਦੇ ਬਾਰੇ ਯਾਦ ਕਰਵਾਉਣ ਦੇ ਲਈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ COVID-19 ਦੇ ਕਰਕੇ ਆਰਜ਼ੀ ਤੌਰ ਦੇ ਉੱਤੇ ਛੋਟ ਦਿੱਤੀ ਸੀ ਕਿ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟ ਆਨਲਾਈਨ ਪੜ੍ਹਾਈ ਕਰਨਗੇ 31 ਦਸੰਬਰ 2021 ਤੱਕ ਇਹ ਪਾਲਿਸੀ ਲਾਗੂ ਰਹੇਗੀ ਕਿ ਜੇਕਰ ਉਹਨਾਂ ਨੇ ਆਨਲਾਈਨ ਪੜ੍ਹਾਈ ਕੀਤੀ ਹੈ ਤਾਂ ਵੀ ਉਹਨਾਂ ਨੂੰ ਮਾਨਤਾ ਹੋਵੇਗੀ ਕਿ ਅੱਗੇ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਾਸਤੇ ਅਪਲਾਈ ਕਰ ਸਕਣਗੇ, ਜਿਸ ਦੇ ਲਈ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਪਰ ਜਿਵੇਂ ਕਿ ਇਹ 31 ਦਸੰਬਰ ਤੱਕ ਹੀ ਲਾਗੂ ਹੈ, ਯਾਨੀ ਕਿ ਕਰੀਬ 1 ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ, ਤਾਂ ਉਸ ਨੂੰ ਲੈ ਕੇ ਇੰਟਰਨੈਸ਼ਨਲ
ਵਿਦਿਆਰਥੀਆਂ ਨੂੰ ਇਹ ਯਾਦ ਕਰਵਾਇਆ ਜਾ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਜਾਵੇ ਕਿ ਕੈਨੇਡਾ ਦੇ ਬਾਹਰਲੇ ਮੁਲਕਾਂ ਵਿੱਚ ਬੈਠੇ ਜੇਕਰ ਵਿਦਿਆਰਥੀਆਂ ਦੇ ਕੋਲ ਮਨਜ਼ੂਰੀ ਆ ਗਈ ਸਟੱਡੀ ਪਰਮਿਟ ਦੀ, ਪਰ ਉਹਨਾਂ ਦੇ ਕੋਲ ਜੇਕਰ ਵੀਜ਼ਾ ਨਹੀਂ ਹਜੇ ਸਮੇਂ ਸਿਰ ਪਹੁੰਚ ਪਾਉਂਦਾ ਤਾਂ ਉਹਨਾਂ ਦੀ ਫਾਈਲ ਦੀ ਪ੍ਰਕਿਰਿਆ ਹਜੇ ਵੀ ਅਧੂਰੀ ਹੈ। ਤਾਂ ਜਨਵਰੀ ਇਨਟੇਕ ਦੇ ਵਿੱਚ ਇਹ ਨਹੀਂ ਇਜਾਜ਼ਤ ਹੋਵੇਗੀ ਕਿ ਉਹ ਕੈਨੇਡਾ ਦੇ ਬਾਹਰਲੇ ਮੁਲਕ ਤੋਂ ਬੈਠ ਕੇ ਹੀ ਆਨਲਾਈਨ ਪੜ੍ਹਾਈ ਕਰ ਸਕਣ, ਕਿਉਂਕਿ ਜੇਕਰ ਅਜਿਹਾ ਉਹ ਕਰਦੇ ਨੇ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਾਸਤੇ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਉਹ ਪੂਰਾ ਨਹੀਂ ਕਰ ਸਕਣਗੇ, ਜਿਸ ਕਰਕੇ ਅੱਗੇ ਜਾ ਕੇ ਵਰਕ ਪਰਮਿਟ ਦੇ ਵਾਸਤੇ ਵੀ ਦਿੱਕਤ ਆਵੇਗੀ, ਜਿਸ ਦੇ ਲਈ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਹਿਲਾਂ ਹੀ ਯਾਦ ਕਰਵਾਇਆ ਜਾ ਰਿਹਾ ਹੈ। ਜਿਸ ਦੇ ਲਈ ਜਿਹੜੇ ਵੀ DLI ਪ੍ਰੋਗਰਾਮ ਨੇ ਉਸ ਦੇ ਵਾਸਤੇ ਆਪਣੇ ਕਾਲਜ ਜਾਂ ਯੂਨੀਵਰਸਿਟੀ ਜਿੱਥੇ ਵੀ ਦਾਖਲਾ ਲਿਆ ਉਹਨਾਂ ਨਾਲ ਸੰਪਰਕ ਕੀਤਾ ਜਾਵੇ। ਜੇਕਰ ਫਾਈਲ ਦੀ ਪ੍ਰਕਿਰਿਆ ਜਨਵਰੀ ਇਨਟੇਕ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਸਮੇਂ ਸਿਰ ਪੂਰੀ ਨਹੀਂ ਹੁੰਦੀ ਤਾਂ ਹੁਣ ਉਹਨਾਂ ਦੇ ਕੋਲ ਚੋਣ ਨਹੀਂ ਹੋਵੇਗੀ ਕਿ ਉਹ ਆਨਲਾਈਨ ਪੜ੍ਹਾਈ ਕਰ ਸਕਣ। 1 ਜਨਵਰੀ 2022 ਤੋਂ ਇਹ ਲਾਗੂ ਹੈ ਕਿ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਨੇ ਜੇਕਰ ਉਹਨਾਂ ਨੇ PGWP ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੈ ਤਾਂ ਕੈਨੇਡਾ ਦੇ ਵਿੱਚ ਆ ਕੇ ਹੀ ਉਹਨਾਂ ਨੂੰ ਪੜ੍ਹਾਈ ਕਰਨੀ ਪਵੇਗੀ, ਜਿਸ ਦੇ ਵਾਸਤੇ ਜੇਕਰ ਸਾਲ 2022 ਦੇ ਵਿੱਚ ਕੋਈ ਵੀ ਇੰਟਰਨੈਸ਼ਨਲ ਵਿਦਿਆਰਥੀ ਕਿਸੇ ਕਾਰਨ ਕੈਨੇਡਾ ਵਿੱਚ ਨਹੀਂ ਪਹੁੰਚ ਪਾਉਂਦਾ ਤੇ ਉਹ ਪੜ੍ਹਾਈ ਨਹੀਂ ਸ਼ੁਰੂ ਕਰ ਸਕਦਾ ਤਾਂ ਉਹ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੇ ਨਾਲ ਸੰਪਰਕ ਕਰੇ ਤੇ ਉਹ ਅੱਗੇ ਆਪਣੀ ਪੜ੍ਹਾਈ ਨੂੰ ਅਗਲੇ ਸਮੈਸਟਰ ਦੇ ਵਾਸਤੇ ਕਰ ਸਕਦਾ ਹੈ, ਨਾ ਕਿ ਆਨਲਾਈਨ ਹੀ ਉਹ ਬਾਹਰਲੇ ਮੁਲਕ ਤੋਂ ਆਪਣੀ ਪੜ੍ਹਾਈ ਨੂੰ ਜਾਰੀ ਰੱਖੇ, ਕਿਉਂਕਿ ਇਸ ਦੇ ਨਾਲ ਅੱਗੇ ਜਾ ਕੇ ਉਸ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਤੁਸੀਂ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਉੱਤੇ ਵੀ ਲੈ ਸਕਦੇ ਹੋ।